खबर है अमृतसर तो रेड नूं लैके एक होर वड्डी खबर है। अमृतसर दे विच एक होर गैंगस्टर दे घर ते रेड चल रही है। गैंगस्टर बॉबी मल्होत्रा दे घर ये तलाशी लई जा रही है। बठिंडा जेल दे विच बंद है गैंगस्टर बॉबी मल्होत्रा, जिस दे घर विच छापेमारी हो रही है। जग्गू भगवानपुरिया दा साथी है बॉबी मल्होत्रा। गैंगस्टर शुभम दे घर ते भी रेड हो रही है। गैंगस्टर सोनू कंगला दे घर ते भी छापेमारी हो रही है। अमृतसर दे विच 3 गैंगस्टरां दे घर ते NIA दी रेड है। सो राजीव शर्मा फोन लाइन ते। राजीव की कुछ जानकारी है 3 वड्डे गैंगस्टरां दे नाम और तिन्हां दे घर ते NIA दी रेड? जी बिल्कुल गुरजोत, सब तो पहला ਅਸੀਂ ਸਵੇਰੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸਭ ਤੋਂ ਪਹਿਲਾਂ ਸ਼ੁਭਮ ਜੋ ਹੈ ਗੈਂਗਸਟਰ ਉਸਦੇ ਘਰ NIA ਦੀ ਟੀਮ ਦੇ ਪਹੁੰਚਣ ਦੀ ਖਬਰ ਮਿਲੀ ਸੀ। ਉਸ ਤੋਂ ਬਾਅਦ ਲਗਾਤਾਰ ਇਹ ਜਾਣਕਾਰੀ ਮਿਲਦੀ ਹੈ ਕਿ NIA ਦੀਆਂ ਕਈ ਟੀਮਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਪਹੁੰਚੀਆਂ ਸੀ ਔਰ ਸਵੇਰੇ ਤੜਕੇ 5 ਵਜੇ ਤੋਂ ਹੀ ਜਿਹੜੀਆਂ ਛਾਪੇਮਾਰੀਆਂ ਉਹ ਜਾਰੀ ਨੇ। ਤਾਂ ਗੈਂਗਸਟਰ ਬੌਬੀ ਮਲਹੋਤਰਾ ਦੇ ਘਰ ਦੇ ਵਿੱਚ ਵੀ NIA ਦੀ ਟੀਮ ਪਹੁੰਚੀ ਸੀ, ਪਰ ਇਹ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਕਿਉਂਕਿ ਜਿੱਦਾਂ ਇਹ ਜਾਣਕਾਰੀਆਂ ਬਾਕੀ ਪਰਿਵਾਰਾਂ ਨੂੰ ਮਿਲਦੀਆਂ ਨੇ ਕਿ ਟ੍ਰੇਡ ਹੋ ਰਹੀ, ਤਾਂ ਕਈ ਲੋਕ ਆਪਣੇ ਘਰ ਤੋਂ ਜੋ ਨੇ ਉਹ ਬਾਹਰ ਚਲੇ ਗਏ ਨੇ। ਤਾਂ ਦੂਸਰੇ ਪਾਸੇ ਜਿਹੜੀ ਸ਼ੁਭਮ ਦੇ ਨਾਲ ਜੁੜੀ ਜਾਣਕਾਰੀ ਹੈ ਕਿ ਸ਼ੁਭਮ ਜੋ ਹੈ ਉਸਦੇ ਅੱਜ ਇਲਾਕੇ ਵਾਲਿਆਂ ਦਾ ਕਹਿਣਾ ਸੀ ਕਿ 4-5 ਸਾਲ ਤੋਂ ਉਸਦਾ ਪਰਿਵਾਰ ਉੱਥੋਂ ਜਾ ਚੁੱਕਾ ਹੈ। ਤਾਂ ਇਸ ਤਰੀਕੇ ਦੇ ਨਾਲ ਹਰ ਇੱਕ ਜਿਸ ਕਿਸੇ ਦੇ ਵੀ ਤਾਰ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਨੇ ਔਰ ਇਹ ਜਿੰਨੇ ਵੀ ਨਾਮ ਭਾਵੇਂ ਉਹ ਸਾਰਜ ਮਿੰਟੂ ਹੈ, ਸਾਰਜ ਮਿੰਟੂ ਦੇ ਘਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਟੀਮ ਜਿਹੜੀ ਉਹ ਪਹੁੰਚੀ ਸੀ। ਤਾਂ ਕਈ ਥਾਵਾਂ ਤੇ ਟੀਮ ਜਿਹੜੀ ਉਹ ਪੁੱਛਗਿੱਛ ਕਰਕੇ ਵਾਪਸ ਜਾ ਚੁੱਕੀ, ਪਰ ਕਈ ਗੈਂਗਸਟਰਾਂ ਦੇ ਜਿਹੜੇ ਘਰਾਂ ਦੇ ਵਿੱਚ ਲੰਬਾ ਸਮਾਂ ਇਸ ਲਈ ਲੱਗ ਰਿਹਾ ਕਿਉਂਕਿ ਉਹਨਾਂ ਦੇ ਜਿਹੜੇ ਲਿੰਕ ਨੇ, ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ, ਉਹਨਾਂ ਦੇ ਕੋਲ ਜੋ ਪੈਸਾ ਜਾਂ ਗੱਡੀਆਂ ਕਿੱਥੋਂ ਆਈਆਂ, ਕਿਸ ਤਰੀਕੇ ਦੇ ਨਾਲ ਪੈਸਾ ਉਹਨਾਂ ਨੇ ਕਮਾਇਆ, ਤਾਂ ਸਾਰਾ ਕੁਝ ਜੋ ਹੈ ਖੰਗਾਲਣ ਦੀ ਕੋਸ਼ਿਸ਼ NIA ਵੱਲੋਂ ਕੀਤੀ ਜਾ ਰਹੀ ਹੈ। ਔਰ ਇਹੀ ਕਾਰਨ ਹੈ ਕਿ ਭਾਵੇਂ ਉਹ ਬੌਬੀ ਮਲਹੋਤਰਾ ਹੋਵੇ, ਸ਼ੁਭਮ ਹੋਵੇ ਜਾਂ ਸੋਨੂ ਕੰਗਲਾ, ਤਾਂ ਸਾਰੇ ਜਿੰਨੇ ਵੀ ਇਹ ਗੈਂਗਸਟਰ ਨੇ ਜਾਂ ਫਿਰ ਗੈਂਗਸਟਰਾਂ ਦੇ ਨਾਲ ਇਹਨਾਂ ਦੇ ਤਾਰ ਜੁੜੇ ਨੇ, ਤਾਂ ਉਹਨਾਂ ਦੇ ਕੋਲੋਂ ਲਗਾਤਾਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਉਹਨਾਂ ਨੂੰ ਜਾਣਨ ਵਾਲੇ ਜਿਹੜੇ ਨੇ ਉਹਨਾਂ ਤੱਕ ਜੋ ਹੈ NIA ਪਹੁੰਚ ਕੇ ਜਾਂਚ ਕਰ ਰਹੀ ਹੈ। ਜੀ ਠੀਕ ਹੈ ਰਾਜੀਵ, ਫਿਰ ਤੋਂ ਜੁੜਦੇ ਰਵਾਂਗੇ। ਜਾਣਕਾਰੀ ਦੇ ਲਈ ਧੰਨਵਾਦ ਹੈ ਫਿਲਹਾਲ। ਔਰ ਲਗਾਤਾਰ ਕਹਿ ਸਕਦੇ ਹਾਂ ਕਿ ਗੈਂਗਸਟਰਾਂ ਦੇ ਹੁਣ ਜੇ ਘਰਾਂ ਤੇ ਛਾਪੇਮਾਰੀ ਹੋ ਰਹੀ ਹੈ ਤਾਂ ਖੈਰ ਨਹੀਂ ਹੈ ਗੈਂਗਸਟਰਾਂ ਦੀ। ਜਿਸ ਤਰ੍ਹਾਂ ਦੇ ਨਾਲ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਸਨ, ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਜ਼ਿੰਮੇਵਾਰੀ ਲੈ ਲਈ ਜਾਂਦੀ ਸੀ ਖੁੱਲੇਆਮ, ਤਾਂ ਉਸ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਦੇ ਨਾਲ ਐਕਸ਼ਨ ਹੁਣ ਨਜ਼ਰ ਆ ਰਿਹਾ। ਸਭ ਤੋਂ ਵੱਡਾ ਇਹ ਹੈ ਕਿ ਆਖਰਕਾਰ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਲਵਾਰਾਂ ਦੇ ਨਾਲ ਹਮਲੇ ਸਮਝ ਆਉਂਦੇ ਸਨ, ਲੁੱਟਾਂ ਖੋਹਾਂ ਸਮਝ ਆਉਂਦੀਆਂ ਸਨ, ਰੰਗਦਾਰੀ ਸਮਝ ਆਉਂਦੀ ਸੀ, ਪਰ ਹੁਣ ਬੰਬ ਬਲਾਸਟ ਤੱਕ ਦੇ ਜਿਹੜੇ ਮਾਮਲੇ ਨੇ ਉਹ ਵੱਧ ਚੁੱਕੇ ਸਨ, ਯਾਨੀ ਕਿ ਅੱਤਵਾਦੀ ਕਨੈਕਸ਼ਨ, ਜਿਸ ਨੂੰ ਲੈ ਕੇ ਵੱਡੀ ਰੇਡ ਹੈ। ਲਗਾਤਾਰ ਜਾਣਕਾਰੀ ਦੇ ਰਹੇ ਹਾਂ ਪੰਜਾਬ ਦੇ 25 ਥਾਵਾਂ ਤੇ NIA ਦੇ ਛਾਪੇ ਚੱਲ ਰਹੇ ਨੇ। ਮੋਹਾਲੀ ਦੇ ਮੁੱਲਾਪੁਰ ਦੇ ਵਿੱਚ ਵੀ NIA ਦੀ ਛਾਪੇਮਾਰੀ ਚੱਲ ਰਹੀ ਹੈ। ਮੋਹਾਲੀ ਨੂੰ ਲੈ ਕੇ ਵੱਡੀ ਖਬਰ ਹੈ ਕਿ ਮੋਹਾਲੀ ਤੋਂ ਹੁਣ ਤੱਕ ਜ਼ਿਕਰ ਨਹੀਂ ਸੀ ਹੋਇਆ। ਮੋਹਾਲੀ ਦੇ ਮੁੱਲਾਪੁਰ ਦੇ ਵਿੱਚ NIA ਦੀ ਛਾਪੇਮਾਰੀ ਚੱਲ ਰਹੀ ਹੈ। ਫਿਰੋਜ਼ਪੁਰ ਪਿੰਡ ਦੇ ਵਿੱਚ ਗੈਂਗਸਟਰ ਗਗਨ ਦੇ ਘਰ ਤੇ ਰੇਡ ਚੱਲ ਰਹੀ ਹੈ। ਗੈਂਗਸਟਰ ਗਗਨ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ, ਯਾਨੀ ਕਿ ਕੋਈ ਵੀ ਬਖਸ਼ਿਆ ਨਹੀਂ ਜਾ ਰਿਹਾ, ਹਰ ਇੱਕ ਦੇ ਘਰ ਛਾਪਾ ਹੋ ਰਿਹਾ ਹੈ। ਮਨੋਜ ਰਾਠੀ ਫੋਨ ਲਾਈਨ ਤੇ ਨੇ। ਮਨੋਜ ਕੀ ਕੁਝ ਜਾਣਕਾਰੀ ਹੈ? ਮੋਹਾਲੀ ਦਾ ਜ਼ਿਕਰ ਵੀ ਆ ਚੁੱਕਿਆ ਹੈ। बिल्कुल गुरजोत, जिदा तुसी भी जानकारी दे रहे हो कि एक जी लोकेशंस है वो पूरी लिस्ट तैयार है, पूरी तैयारी करके हुण NIA सर्च ऑपरेशन कर रही है। ये जी हुण तक जानकारी मिली है कि जिथे मुल्लापुर के बिल्कुल नेड़े एक पिंड है फिरोजपुर, एक छोटा सा पिंड है, उत्थे एक गगन नां दा गैंगस्टर उहदे घर दबिश दित्ती गई है। सारे परिवार नाल गलबात की जा रही है, काफी पुछगिछ की जा रही है, प्रॉपर्टी नूं लैके ਉਹਦੇ ਨਾਲ ਗੱਲਬਾਤ ਹੁੰਦੀ ਹੈ ਕਿਉਂਕਿ ਗਗਨ ਤਾਂ ਹਜੇ ਜਿਹੜਾ ਦੱਸਿਆ ਜਾ ਰਿਹਾ ਕਿ ਫਰਾਰ ਹੈ, ਲੇਕਿਨ ਉਹਦੀ ਜਿਹੜੀ ਜਾਣਕਾਰੀ ਹੈ ਉਹ ਸਾਰੀ NIA ਕੋਲ ਹੈ ਕਿਉਂਕਿ ਸਾਰੀ ਜਿਹੜੀ ਹਿਸਟਰੀ ਹੈ, ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ, ਜਿਹੜਾ ਗੈਂਗਸਟਰ ਹੈ A ਕੈਟਾਗਰੀ B ਕੈਟਾਗਰੀ ਸਾਰਿਆਂ ਦੀ ਇੱਕ ਜਨਮ ਕੁੰਡਲੀ ਕਹਿ ਸਕਦੇ ਆ, ਉਹ ਸਾਰੀ NIA ਕੋਲ ਹੈ। ਕਿਹੜੇ ਵਾਰਦਾਤਾਂ 'ਚ ਸ਼ਾਮਿਲ ਰਿਹਾ, ਕਿਹੜੇ ਵਾਰਦਾਤਾਂ 'ਚ ਰਿਹਾ, ਕਿਹੜੇ ਕਨੈਕਸ਼ਨ ਟੈਰਰਿਸਟ ਕਨੈਕਸ਼ਨ ਉਹਨਾਂ ਦੇ ਨਾਲ ਹੈਗੇ ਨਹੀਂ, ਕਿੰਨੀ ਪ੍ਰਾਪਰਟੀ ਹੈਗੀ, ਪਰਿਵਾਰ ਨਾਲ ਗੱਲ ਹੁੰਦੀ ਹੈ ਨਹੀਂ ਹੁੰਦੀ ਹੈ, ਜੇਕਰ ਕੋਈ ਗੈਂਗਸਟਰ ਜੇਲ੍ਹ 'ਚ ਬੰਦ ਹੈ ਉਹਦੇ ਪਰਿਵਾਰਿਕ ਨਾਲ ਕਿਸ ਤਰ੍ਹਾਂ ਗੱਲਬਾਤ ਹੁੰਦੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕੁਐਸਚਨਸ ਜਿਹੜੇ ਤਿਆਰ ਕੀਤੇ ਗਏ ਨੇ। ਤੇ NIA ਦੇ ਜਿਹੜੇ ਅਫਸਰ ਨੇ ਖੁਦ ਮੌਕੇ ਤੇ ਜਾ ਕੇ ਉਹਨਾਂ ਦੇ ਪਰਿਵਾਰਿਕ ਨਾਲ ਗੱਲਬਾਤ ਕਰਦੇ ਰਹੇ। ਹੁਣ ਮੋਹਾਲੀ ਜ਼ਿਲ੍ਹੇ ਦੇ ਦੱਸਿਆ ਜਾ ਰਿਹਾ ਹੈ ਕਿ ਮੁੱਲਾਪੁਰ ਦੇ ਜਿਹੜਾ ਇਹ ਪਿੰਡ ਹੈ, ਇੱਥੇ ਗਗਨ ਨਾਂ ਦਾ ਜਿਹੜਾ ਗੈਂਗਸਟਰ ਉਹਦੇ ਘਰ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ। ਲਗਾਤਾਰ ਕਹਿ ਸਕਦੇ ਹਾਂ ਕਿ 4 ਤੋਂ 5 ਘੰਟੇ ਹੋ ਚੱਲੇ ਨੇ ਤੇ ਲਗਾਤਾਰ ਜਿਹੜੇ ਪੁੱਛਗਿੱਛ ਹੈ ਉਹ ਜਿਹੜੀ ਗੱਲਬਾਤ ਹੈ ਉਹ ਕਰਦੇ ਨਜ਼ਰ ਆ ਰਹੇ ਨੇ ਅਧਿਕਾਰੀ। ਜੀ बिल्कुल मनोज, कह सकते हैं गैंगस्टਰਾਂ ਦੀ ਅੱਜ ਸ਼ਾਮਤ ਆਈ ਹੈ, बेशक ਉਹ ਜੇਲ੍ਹਾਂ 'ਚ ਬੈਠੇ ਹੋਣ, ਫਰਾਰ ਹੋਣ, ਪਰ ਘਰਾਂ ਤੇ ਜਾ ਕੇ ਛਾਪੇ ਮਾਰੇ ਜਾ ਰਹੇ। ਸੋ ਸ਼ੁਕਰੀਆ ਫਿਲਹਾਲ तमाम ਜਾਣਕਾਰੀ ਦੇ ਲਈ। ਲਗਾਤਾਰ ਵੱਡੀ ਖਬਰ ਤੇ ਬਣੇ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਮੇਨ ਪੁਆਇੰਟ ਕਹਿ ਸਕਦੇ ਹਾਂ ਕਿ ਅੱਜ NIA ਦੀ ਇਹ ਵੱਡੀ ਰੇਡ ਦਾ
ਮੇਨ ਪੁਆਇੰਟ ਹੈ ਪੰਜਾਬ ਦੇ ਵਿੱਚ 25 ਥਾਵਾਂ ਨੇ। ਜੇਕਰ ਕੁੱਲ 50 ਥਾਵਾਂ ਨੇ ਉਸ ਚੋਂ 25 ਥਾਵਾਂ ਪੰਜਾਬ ਦੀਆਂ ਨੇ। ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਜ਼ਿਆਦਾ ਸਰਗਰਮੀ ਹੈ, ਖਾਸ ਤੌਰ ਤੇ ਬਾਰਡਰ ਏਰੀਆ ਹੋਣ ਦੇ ਨਾਤੇ। ਪਿਛਲੀਆਂ ਸਰਕਾਰਾਂ ਦਾ ਅਸੀਂ ਜ਼ਿਕਰ ਕਰੀਏ, ਜਿਸ ਵੇਲੇ ਕਾਂਗਰਸ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਹਮੇਸ਼ਾ ਜ਼ਿਕਰ ਕਰਦੇ ਆਏ ਨੇ, ਚਿੰਤਾ ਜ਼ਾਹਿਰ ਕਰਦੇ ਆਏ ਸੀ ਕਿ ਸਰਹੱਦ ਤੇ ਜੋ ਐਕਟੀਵਿਟੀ ਹੋ ਰਹੀ ਹੈ ਇਹ ਬਹੁਤ ਖਤਰਨਾਕ ਹੈ। ਔਰ ਹਾਲ ਹੀ ਦੇ ਵਿੱਚ ਕੱਲ ਵੀ ਡੀਜੀਪੀ ਗੌਰਵ ਯਾਦਵ ਨੇ ਜ਼ਿਕਰ ਕੀਤਾ ਕਿ ਕਿਵੇਂ 2019 ਤੋਂ ਹੀ ਜਿਹੜੀ ਹੈ ਡਰੋਨ ਦੇ ਜ਼ਰੀਏ ਇਹ ਹਥਿਆਰ ਆ ਰਹੇ ਸਨ, ਤਾਂ ਇਸ ਨੂੰ ਲੈ ਕੇ ਚਿੰਤਾ ਜ਼ਾਹਿਰ ਹੁੰਦੀ ਸੀ। ਪਰ ਹੁਣ ਜੋ ਇਹ ਲਿਸਟ ਪਿਛਲੇ ਦਿਨਾਂ 'ਚ ਤਿਆਰ ਕੀਤੀ ਗਈ, ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਲਗਾਤਾਰ ਅਪਡੇਟ ਦੇ ਰਹੇ ਹਾਂ। ਖੰਨਾ ਦੇ ਵਿੱਚ ਵੀ NIA ਦੀ ਰੇਡ ਚੱਲ ਰਹੀ ਹੈ। ਪੁਲਿਸ ਨੇ 2 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਹੋਟਲ ਦੇ ਵਿੱਚ ਰੇਡ ਕਰਕੇ ਇਹ ਦੋਵੇਂ ਸ਼ਖਸ ਫੜੇ ਗਏ ਨੇ। ਦੋਵੇਂ ਸ਼ਖਸ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਹੋਟਲ ਦੀ CCTV ਖੰਗਾਲੀ ਜਾ ਰਹੀ ਹੈ। ਗੁਰਦੀਪ ਨੇ ਫੋਨ ਲਾਈਨ ਤੇ ਸਾਡੇ ਨਾਲ, ਇਸ ਲਈ ਜਾਣਕਾਰੀ ਲਈ। ਗੁਰਦੀਪ, ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਇਥੋਂ ਰੇਡ ਨੂੰ ਲੈ ਕੇ? ਜੀ ਗੁਰਜੋਤ, ਤੁਹਾਨੂੰ ਮੈਂ ਦੱਸਣਾ ਚਾਹਾਂਗਾ NIA ਦੀ ਟੀਮ ਵੱਲੋਂ ਜਿਹੜਾ ਚੌਰਾਹਾ ਦੇ ਪਿੰਡ ਰਾਜਗੜ੍ਹ ਦੇ ਵਿੱਚ ਸਵੇਰੇ ਰੇਡ ਕੀਤੀ ਗਈ ਤੇ ਪੁਲਿਸ ਵੱਲੋਂ ਜਿਹੜਾ ਗੈਂਗਸਟਰ ਘੋਸ਼ਿਤ ਕੀਤਾ ਗਿਆ ਰਵੀ ਰਾਜਗੜ੍ਹ, ਉਸਦੇ ਘਰ ਦੇ ਵਿੱਚ ਰੇਡ ਹੋਈ ਹੈ। ਤੇ ਉਸ ਤੋਂ ਬਾਅਦ ਜਿਹੜੀ ਹੈ ਖੰਨਾ ਪੁਲਿਸ ਵੱਲੋਂ ਵੀ ਇੱਕ ਹੋਟਲ ਦੇ ਉੱਤੇ ਰੇਡ ਕੀਤੀ ਗਈ। ਕੋਈ ਇਨਪੁਟ ਸੀ ਖੰਨਾ ਪੁਲਿਸ ਤੋਂ ਮਿਲੀ ਸੀ, ਜਿਸ ਤੇ ਰੇਡ ਕੀਤੀ ਗਈ ਔਰ ਪੁਲਿਸ ਦੇ 4 DSP ਔਰ 4 SHO ਉੱਥੇ ਮੌਜੂਦ ਸੀ ਜਿਨ੍ਹਾਂ ਨੇ ਰੇਡ ਕੀਤੀ ਹੈ। ਤੇ ਉੱਥੋਂ ਹਜੇ ਤੱਕ ਇਹ ਜਾਣਕਾਰੀ ਮਿਲੀ ਹੈ ਵੀ 2 ਲੋਕਾਂ ਨੂੰ ਉੱਥੋਂ ਹਿਰਾਸਤ ਦੇ ਵਿੱਚ ਲਿੱਤਾ ਗਿਆ, ਪਰ ਹਜੇ ਤੱਕ ਅਧਿਕਾਰਿਕ ਤੌਰ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਜਾਂ ਪੁਲਿਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਇੰਨਾ ਜ਼ਰੂਰ ਪਤਾ ਲੱਗਿਆ ਵੀ 2 ਲੋਕਾਂ ਨੂੰ ਉੱਥੋਂ ਹਿਰਾਸਤ 'ਚ ਪੁੱਛਗਿੱਛ ਲਈ ਲੈ ਕੇ ਗਏ ਨੇ। ਉਹ ਦੋਨੋਂ ਵਿਅਕਤੀ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਇਸ ਤੋਂ ਜ਼ਿਆਦਾ ਹਜੇ ਤੱਕ ਪੁਲਿਸ ਕੁਝ ਨਹੀਂ ਦੱਸ ਰਹੀ। ਹਾਂ, ਹੋਟਲ ਦੇ ਜ਼ਰੂਰ ਹੈ, ਉਹਦੀ ਤਲਾਸ਼ੀ ਕਾਫੀ ਦੇਰ ਚੱਲੀ ਗਈ ਹੈ। ਹਜੇ ਤੱਕ ਉਹਦੀ ਤਲਾਸ਼ੀ ਉਹਦੀ ਚੱਲਦੀ ਹੈ। ਅਧਿਕਾਰੀ ਹਜੇ ਵੀ ਕੁਝ ਪੁਲਿਸ ਦੇ ਅਧਿਕਾਰੀ ਉੱਥੇ ਮੌਜੂਦ ਨੇ, ਪਰ ਪੁਲਿਸ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕਰਦੀ। ਜੀ ਗੁਰਦੀਪ। ਠੀਕ ਹੈ, ਧੰਨਵਾਦ ਹੈ ਗੁਰਦੀਪ ਤਮਾਮ ਜਾਣਕਾਰੀ ਲਈ। ਤਾਂ ਇਹ ਵੀ ਜ਼ਿਕਰਯੋਗ ਹੈ ਕਿ ਸਿਰਫ ਘਰਾਂ ਦੇ ਵਿੱਚ ਛਾਪੇਮਾਰੀ ਨਹੀਂ ਚੱਲ ਰਹੀ ਹੈ, ਬਲਕਿ ਜਿਹੜੀਆਂ ਵੀ ਲੋਕੇਸ਼ਨਸ ਨੇ, ਭਾਵੇਂ ਉਹ ਹੋਟਲ ਹੋਣ, ਯਾਨੀ ਕਿ ਉੱਥੋਂ ਵੀ ਜੇਕਰ ਜਾਣਕਾਰੀ ਹੈ NIA ਦੇ ਕੋਲ ਤਾਂ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਵੀ ਆਪਣੀ ਟੀਮ ਲੈ ਕੇ ਛਾਪਾ ਮਾਰਿਆ ਜਾ ਰਿਹਾ ਹੈ। ਤਾਂ ਇੱਥੇ ਭੁਲੇਖੇ ਦੇ ਵਿੱਚ ਇਹ ਨਹੀਂ ਰਿਹਾ ਜਾਣਾ ਚਾਹੀਦਾ, ਖਾਸ ਤੌਰ ਤੇ ਉਹਨਾਂ ਲੋਕਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਜਿਹੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਕਿ ਸਿਰਫ ਤੇ ਸਿਰਫ ਤੁਹਾਡੇ ਘਰਾਂ 'ਚ ਛਾਪੇਮਾਰੀ ਹੋ ਸਕਦੀ ਹੈ, ਚੈਕਿੰਗ ਹੋ ਸਕਦੀ ਹੈ, ਬਲਕਿ ਹੋਟਲ ਦੇ ਵਿੱਚ ਜਾ ਕੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਬਰਾਮਦਗੀ ਨੂੰ ਲੈ ਕੇ ਇੱਥੋਂ ਖਬਰ ਨਹੀਂ ਹੈ, ਪਰ ਹਾਂ 2 ਲੋਕਾਂ ਨੂੰ ਖੰਨਾ ਦੇ ਵਿੱਚ ਹੋਟਲ 'ਚੋਂ ਹਿਰਾਸਤ 'ਚ ਜ਼ਰੂਰ ਲਿਆ ਟੀਮ ਨੇ, ਕਿਉਂਕਿ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਔਰ ਇਸੇ ਵਿਚਕਾਰ ਵੱਡੀ ਖਬਰ ਹੈ, ਗੋਲਡੀ ਬਰਾੜ ਦੇ ਘਰ ਤੇ ਵੀ NIA ਦਾ ਛਾਪਾ ਹੈ। ਮੁਕਤਸਰ ਸਾਹਿਬ ਦੇ ਵਿੱਚ ਵੀ ਗੋਲਡੀ ਦੇ ਘਰ 'ਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਔਰ ਲਗਾਤਾਰ ਇਹ ਖਬਰ ਅਸੀਂ ਪਹੁੰਚਾ ਰਹੇ ਹਾਂ। ਫਿਲਹਾਲ ਜਿਹੜਾ ਗੋਲਡੀ ਬਰਾੜ ਹੈ ਕੈਨੇਡਾ ਦੇ ਵਿੱਚ ਬੈਠਾ ਹੋਇਆ ਹੈ, ਕਿਉਂਕਿ ਜ਼ਿਕਰਯੋਗ ਇਹ ਵੀ ਹੈ ਕਿ ਲਗਾਤਾਰ ਉੱਥੋਂ ਹੀ ਸਾਰਾ ਕੁਝ ਪਲਾਨ ਕੀਤਾ ਗਿਆ ਸੀ, ਜਿਸ ਤਰ੍ਹਾਂ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਹੈ। ਔਰ ਉਸ ਦੇ ਵਿੱਚ ਸਿੱਧੀ ਇਨਵੋਲਵਮੈਂਟ ਜਿਹੜੀ ਹੈ ਉਹ ਪਹਿਲੀ ਗੋਲਡੀ ਬਰਾੜ ਦੀ ਵੀ ਨਾਲ ਲਾਰੈਂਸ ਬਿਸ਼ੋਈ ਦੀ ਸਾਹਮਣੇ ਆਈ ਸੀ। ਤਾਂ ਤਸਵੀਰਾਂ ਇਹ ਮੁਕਤਸਰ ਸਾਹਿਬ ਤੋਂ ਨੇ। ਗੋਲਡੀ ਬਰਾੜ ਦੇ ਘਰ ਤੇ ਛਾਪਾ ਮਾਰਿਆ ਜਾ ਰਿਹਾ, ਬੇਸ਼ੱਕ ਉਹ ਵਿਦੇਸ਼ 'ਚ ਬੈਠਾ ਹੋਏ, ਕਿਸੇ ਵੀ ਕੰਟਰੀ 'ਚ ਮੌਜੂਦ ਹੋਏ। ਤਾਂ ਸੂਰਜ ਪਾਨ ਨੇ ਸਾਡੇ ਨਾਲ ਫੋਨ ਲਾਈਨ ਤੇ। ਸੂਰਜ, ਕੀ ਕੁਝ ਜਾਣਕਾਰੀ ਹੈ ਹਾਲ ਹੀ ਦੇ ਵਿੱਚ, ਕਿਉਂਕਿ ਕਾਫੀ ਦੇਰ ਤੋਂ ਇਹ ਰੇਡ ਚੱਲ ਰਹੀ ਹੈ, ਕਿੰਨਾ ਸਮਾਂ ਹੋ ਚੁੱਕਿਆ ਹੈ, ਕੀ ਕੋਈ ਬਰਾਮਦਗੀ ਇੱਥੋਂ ਹੋਈ ਹੈ? ਦੇਖੋ, NIA ਨੇ ਦਰਜਨ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ ਰੇਡ ਕੀਤੀ ਹੈ ਤੇ ਜਿਸ ਦੇ ਵਿੱਚ ਮੁਕਤਸਰ ਵੀ ਸ਼ਾਮਲ ਹੈ। ਮੁਕਤਸਰ ਦੇ ਵਿੱਚ 2 ਜਗ੍ਹਾ ਤੇ NIA ਨੇ ਦਬਿਸ਼ ਦਿੱਤੀ ਹੈ। ਇੱਕ ਸਭ ਤੋਂ ਵੱਡੀ ਖਬਰ ਇਹਦੇ 'ਚ ਇਹੀ ਹੈ ਕਿ ਗੋਲਡੀ ਬਰਾੜ ਜਿਹੜਾ ਕਿ ਮੁਕਤਸਰ ਦਾ ਰਹਿਣ ਵਾਲਾ ਹੈ, ਉਸ ਦੇ ਜਿਹੜੇ ਘਰ ਹੈ ਉਸ ਦੇ ਵਿੱਚ ਦਬਿਸ਼ ਦਿੱਤੀ ਹੈ। ਉੱਥੇ ਪੁੱਛ ਕੇ ਚੋਰੀ, ਹਾਲਾਂਕਿ ਘਰ ਦੇ ਵਿੱਚ ਕੌਣ ਨੇ, ਕਿਸ ਨਾਲ ਗੱਲਬਾਤ ਹੋ ਰਹੀ ਹੈ, ਇਹਦੀ ਕਲੈਰਿਟੀ ਹਜੇ ਨਹੀਂ ਹੋਈ ਹੈ। ਪਰ ਦੂਸਰੇ ਪਾਸੇ ਇੱਕ ਹੋਰ ਸ਼ਖਸ ਦੇ ਘਰ ਵੀ ਉੱਥੇ ਰੇਡ ਕੀਤੀ ਹੈ, ਜਿਸ ਦਾ ਨਾਂ ਅਨਿਲ ਕੁਮਾਰ ਦੱਸਿਆ ਜਾ ਰਿਹਾ, ਜਿਹੜਾ ਕਿ ਬੂਟਾਂ ਦਾ ਕੰਮ ਕਰਦਾ ਹੈ। ਆਰੋਪ ਉਸ ਦੇ ਉੱਪਰ ਕਥਿਤ ਤੌਰ ਤੇ ਇਹੀ ਨੇ ਕਿ ਉਸ ਦੇ ਨਾਂ ਤੇ SIM ਕਾਰਡ ਚੱਲ ਰਿਹਾ ਸੀ ਤੇ ਉਹ SIM ਕਾਰਡ ਕਿਸੇ ਗੈਂਗਸਟਰ ਦੇ ਕੋਲ ਸੀ, ਜਿਸ ਤੋਂ ਫਰੌਤੀਆਂ ਵੀ ਮੰਗੀਆਂ ਗਈਆਂ ਨੇ। ਪੁਲਿਸ ਤੋਂ ਜਾਂਚ ਕਰੇ ਕਿ ਆਖਿਰਕਾਰ ਇਹਨਾਂ ਦੇ ਐਡਰੈਸ ਦੇ ਉੱਪਰ ਕਿਵੇਂ SIM ਕਾਰਡ ਜਾਰੀ ਹੋਇਆ ਤੇ ਕਿਵੇਂ ਗੈਂਗਸਟਰਾਂ ਦੇ ਕੋਲ SIM ਕਾਰਡ ਪਹੁੰਚ ਜਾਂਦਾ। ਹਾਲਾਂਕਿ ਉਸ ਸ਼ਖਸ ਦੇ ਨਾਲ ਸਾਡੀ ਸੂਤਰਾਂ ਦੇ ਹਵਾਲੇ ਤੋਂ ਖਬਰ ਇਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਕਹਿ ਰਹੇ ਕਿ SIM ਕਾਰਡ ਨੂੰ ਬੰਦ ਕਰਵਾ ਦਿੱਤਾ ਸੀ, ਪਰ ਦੁਬਾਰਾ ਤੋਂ ਉਹ SIM ਕਾਰਡ ਐਕਟੀਵੇਟ ਹੁੰਦਾ ਹੈ ਤੇ ਗੈਂਗਸਟਰ ਦੇ ਕੋਲ ਚਲਾ ਜਾਂਦਾ ਹੈ। ਤਾਂ ਕਰਕੇ ਜਾਂਚ ਦਾ ਵਿਸ਼ਾ ਆਪਣੇ ਆਪ ਦੇ ਵਿੱਚ ਹੈਗਾ ਹੀ ਹੈ ਔਰ NIA ਕਿਤੇ ਨਾ ਕਿਤੇ ਜਾ ਕੇ 2 ਜਗ੍ਹਾ ਦੇ ਉੱਪਰ ਦਬਿਸ਼ ਦਿੱਤੀ ਹੈ। ਹਾਲਾਂਕਿ NIA ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹਾਲਾਂਕਿ ਮੀਡੀਆ ਸੀ ਜਿਹੜਾ ਉੱਥੇ ਵੀ ਉਸ ਨੂੰ ਪਾਸੇ ਕਰ ਦਿੱਤਾ ਗਿਆ, ਕੁਝ ਮੀਡੀਆ ਕਰਮਚਾਰੀਆਂ ਦੀ ਫੁਟੇਜ ਵੀ ਡਿਲੀਟ ਕਰ ਦਿੱਤੀ ਗਈ ਹੈ। ਤਾਂ ਕਰਕੇ ਫਿਲਹਾਲ ਅਜੇ ਕਨਫਰਮੇਸ਼ਨ ਕਿਸੇ ਤਰ੍ਹਾਂ ਦੀ ਵੀ ਨਹੀਂ ਨਿਰਧਾਰਿਤ ਤੌਰ ਤੇ ਕੀਤੀ ਗਈ, ਚਾਹੇ ਉਹ SSP ਮੁਕਤਸਰ ਦੇ ਹੁਣ ਉਹਨਾਂ ਵੱਲੋਂ ਵੀ ਨਹੀਂ ਦੱਸਿਆ ਗਿਆ। ਪਰ ਸ਼ੁਰੂਆਤੀ ਜੰਗ ਦੇ ਵਿੱਚ ਇਹੀ ਕਹਿ ਸਕਦੇ ਆ ਕਿ ਗੋਲਡੀ ਬਰਾੜ ਦੇ ਘਰ ਦੇ ਰੇਡ ਹੈ ਕਿ ਦੂਸਰਾ ਉਸ ਸ਼ਖਸ ਦੇ ਘਰੇ ਪੁੱਛ ਕੇ ਚੋਰੀ ਹੈ ਕਿ ਆਖਿਰਕਾਰ ਉਸ ਦੇ ਨਾਂ ਤੇ SIM ਹੈ ਜਿਹੜਾ ਉਹ ਕਦੋਂ ਜਾਰੀ ਹੋਇਆ ਤੇ ਗੈਂਗਸਟਰ ਦੇ ਕੋਲ SIM ਕਿਵੇਂ ਪਹੁੰਚਿਆ।
ਜੀ ਠੀਕ ਹੈ सूरज, फिर तो जुड़ते रहांगे अपडेट देने धन्यवाद है। फिलहाल तो एक बड़ी खबर है कि आखिरकार बहुत ही सेंसिटिव मसला है। हालांकि ये कार्रवाई वड्डी है एनआईए की, पर जो जानकारी साडे पत्रकार सूरज पाल ने दी है कि एक संवेदनशील मुद्दा होने के चलते तो एनआईए के वालों बिल्कुल भी मीडिया नूं जिहड़ा जानकारी नहीं दी जा रही, ना ही नेड़े फटकन दिता जा रहा है। जेकर सीधी भाषा च मैं गल करां, और यह भी जानकारी दी है कि फुटेज भी कुछ मीडिया कर्मियों की डिलीट की गई है, और खास तौर पर क्योंकि एक गुप्त तरीके दे नाल कीती हुई ये कार्रवाई है, किसी नूं कोई जानकारी नहीं सी, भणक नहीं सी। वड्डी कार्रवाई इस नूं वेख्या जा सकता है, क्योंकि आने वाले दिनों दे विच इस कार्रवाई तो बाद बहुत वड्डे खुलासे भी हो सकते हैं। जिस तरह दे नाल लगातार एक्टिविटी जिहड़ी है वो एंटी सोशल नजर आ रही सी, और लगातार जानकारी भी असीं तुहानूं दे रहे हैं। हालांकि ब्रेकिंग लगातार जिहड़ी स्क्रीन ते चल रही है, गैंगस्टर जग्गू भगवानपुरिया दा इत्थे जिक्र हो रहा है कि उसके घर ते छापा चल रहा है। गुरदासपुर दे भगवानपुरिया पिंड है जिथे कि जग्गू दा घर है, उत्थे तलाशी लई जा रही है। यानी कि जिहड़े 3 वड्डे नां जिन्हां दा लगातार असीं जिक्र करदे हां, जिन्हां दी इनवॉल्वमेंट सीधे तौर ते ही सिद्धू मूसेवाला दे कतलकांड दे विच है, लॉरेंस बिश्नोई, जग्गू भगवानपुरिया ते गोल्डी बराड़, तिन्हां दे घर ते छापेमारी चल रही है। इस तो इलावा जिहड़े होर गुरगे ने, सज्जियां खब्बियां बाहां ने, उन्हां दे घर ते छापेमारी। ते एक होर जानकारी जो सूरज दे रहे सी कि वो शख्स जिसदा सिम, जिस दे नां ते सिम अलॉट होया इशू होया उसके घर ते भी छापेमारी की जा रही है। हालांकि ये भी हो सकता है कि उसदे कागजात वरते गए होण, चीज़ां बहुत हो सकदियां ने, पर अजे इन्वेस्टिगेशन का पार्ट है। पर इन्ना जरूर है कि जिस दी इनवॉल्वमेंट पिछले दिनों दे विच किसी मामले च सामने आई है, सीधे तौर ते या सीधे तौर ते सब नूं लैके ये तलाशी हो रही है, घरां दे विच रेड हो रही है, होटल दे विच रेड हो रही है। ये तस्वीरां जग्गू भगवानपुरिया दे घर दियां दिखा रहे हैं। हालांकि जग्गू भगवानपुरिया उस वेले भी बहुत चर्चा च आया सी, जिस वेले बर्थडे जिहड़ा जेल दे विच मनाया गया, वो वीडियो सामने आई, जनतक हुई, बहुत सारे सियासी लोगों ते सवाल उठे। उस तो बाद जिक्रयोग ये भी है कि उन्हां दी माता दे वल्लों बहुत गंभीर इल्जाम लगाए गए सी, थाने दे बाहर जाके, जेल दे बाहर जाके धरने ते ही बैठ गए सन, उत्थे पत्रकारां दे नाल गलबात कीती सी, बहुत वड्डे इल्जाम लगाए गए सी जग्गू भगवानपुरिया दी माता दे वल्लों। तां हुण ये तस्वीरां उन्हां दे घर दियां दिखा रहे हैं, जिथे रेड जिहड़ी है वो कीती जा रही है। तां लगातार इस नूं लैके वड्डी रेड मन्निया जा सकदा है, वड्डियां कार्रवाइयां जो पिछले दिनों के विच नजर आईयां ने। सो गैंगस्टर जग्गू भगवानपुरिया के घर से छापेमारी हो रही है। गुरदासपुर दे विच ये जग्गू का घर है, जो तस्वीरां असीं तुहानूं दिखा रहे हैं। वड्डी फोर्सेस यानी कि तादाद जिहड़ी है मुलाजमां दी पंजाब पुलिस भी तैनात है। इस तो इलावा टीमां जिहड़ियां ने वो आईयां होईयां ने एनआईए दियां। पंजाब दे विच 25 थावां ते एक जांच हो रही है। एक घर दे विच जाके अलमारियां होर चीज़ां नूं फरोलिया जा रहा है, कागजात फरोले जा रहे हैं, पुछया जा रहा है कि पैसा कित्थों आंदा है, किस दे वल्लों जिहड़ा इस नूं खर्चिया जांदा है, या कह लईए कि कौन जिहड़ा वो घर दी इस सारियां चीज़ां नूं सामभदा है। जेकर बजुर्ग ने, बजुर्गां तो सवाल कीते जा रहे हैं। यानी कि मसला इक्को ही है कि जेकर ये सारियां एक्टिविटीज इन्वॉल्वमेंट होएगी, जिस तरह दे नाल जांच की जा रही है कि जेकर तुसीं एंटी सोशल लोकां दे नाल जुड़ गए हो, तो फिर सुभाविक तौर पर तुहाडे कोल अन्ना पैसा, गैर कानूनी पैसा किसी ना किसी तरीके दे नाल आउंदा होएगा। तो उस संदर्भ दे विच ये सवाल कीते जा रहे हैं, क्योंकि जेकर एनआईए टीम वालों जग्गू भगवानपुरी के पिंड भगवानपुर में रेड किया जा रहा। तुसीं देख सकते भी जी एनआईए टीम वालों सवेरे 5 बजे का रेड किया जा रहा है। ये जग्गू भगवानपुरी का सामने घर आ, और इत्थे देख सकते भी जी टीम के अधिकारी आ रहे जा रहे हैं। पुलिस कर्मचारी इत्थे खड़े ने, पुलिस कर्मचारी जिहड़े ने एक गली के बाहर खड़े हैं, लेकिन किसी ने भी गाड़ी जाने की इजाजत नहीं। उन्होंने कहना कि उच्च अधिकारी का हुक्म भी किसी को गाड़ी नहीं जान दिया जा रहा। एनआईए की टीम के ਜਿਹੜੇ अधिकारी ने जग्गू भगवानपुरी के घर, उन्होंने घर की तलाशी वगैरह लै रहे, उन्होंने घर जांच कर रहे हो। सवेरे 5 बजे की टीम इत्थे आई हुई है, और जग्गू के घर उन्होंने माता जी रहिंदे ने, और माता जी को पुछगिछ वगैरह की जा रही है। उस तो बाद जो इन्होंने जांच आ वो की जा रही है, और पुलिस अधिकारी इत्थे मौके पर देखते खड़े हो। और यही गली के सामने जग्गू भगवानपुरी का घर है, जो नाल ही जिथे खड़े कर्मचारी ये देख रहे जग्गू भगवानपुरी का घर हो। लेकिन फिलहाल किसी को गाड़ी जाने की इजाजत नहीं। सो टीम सवेरे 5 बजे आई है, और फिलहाल जी जांच जारी है, और जांच कितनी देर तक चलेगी ये आने वाला सਮਾं बताएगा। और इन्होंने टीम जो कदे बाहर आएगी तो ही आके गल करके दसेगी भी ये जांच कुछ निकलिया कि कोई नहीं निकलिया। और देख सकते भी इन्हें टीम वालों जांच जारी है, और पुलिस कर्मचारी मोड़ पर खड़े ने, और पूरा पिंड जोड़ा कोई बंदा इतने गल करने तैयार नहीं कर। लेकिन जगह जगह पुलिस ने नाकेबंदी की हुई है, किसी को अगे नहीं जानता जा रहा। न्यूज़ 18 पंजाब वाली पिंड भगवानपुर तो बिशमल बिट्टू।
ਤਾਂ ਕੋਟਕਪੂਰਾ ਦੇ ਵਿੱਚ ਵੀ ਦੱਸੀ ਕਿ ਐਨਆਈਏ ਦੀ ਰੇਡ ਚੱਲ ਰਹੀ ਹੈ। ਇਸ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਹੈ। ਗੈਂਗਸਟਰ ਵਿਨੇ ਦਿਓੜਾ ਦੇ ਘਰ ਤੇ ਰੇਡ ਚੱਲ ਰਹੀ ਹੈ। ਇੱਕ ਫੈਕਟਰੀ ਦੇ ਵਿੱਚ ਦੱਸੀ ਕਿ ਤਲਾਸ਼ੀ ਅਭਿਆਨ ਕੀਤਾ ਜਾ ਰਿਹਾ। ਸਵੇਰ ਤੋਂ ਹੀ ਐਨਆਈਏ ਦੀ ਟੀਮ ਜਿਹੜੀ ਹੈ ਤਲਾਸ਼ੀ ਲੈ ਰਹੀ ਹੈ। ਤਾਂ ਇੱਥੇ ਵੀ ਰੇਡ ਅਜੇ ਚੱਲ ਰਹੀ ਹੈ। 6 ਘੰਟੇ ਤੋਂ ਜ਼ਿਆਦਾ ਦਾ ਇਹ ਸਮਾਂ ਹੋ ਚੁੱਕਿਆ ਹੈ ਰੇਡ ਨੂੰ ਲੈ ਕੇ, ਕਿਉਂਕਿ 5:30 ਵਜੇ ਦੇ ਕਰੀਬ ਦੀ ਇਹ ਜਾਣਕਾਰੀ ਹੈ ਕਿ ਜਿੱਥੇ ਰੇਡ ਸ਼ੁਰੂ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਲਗਾਤਾਰ ਵੱਖ-ਵੱਖ ਕੋਨੇ-ਕੋਨੇ ਤੋਂ ਸਾਹਮਣੇ ਆ ਰਹੀਆਂ ਨੇ। ਸਾਡੇ ਸਹਿਯੋਗੀ ਲਗਾਤਾਰ ਉੱਥੋਂ ਤਸਵੀਰਾਂ ਪਹੁੰਚਾ ਰਹੇ ਨੇ। ਬੇਸ਼ੱਕ ਮੋਗਾ ਦਾ ਜ਼ਿਕਰ ਹੋਏ ਜਿੱਥੋਂ ਦੀਪਕ ਸਿੰਘਲਾ ਰਿਪੋਰਟ ਕਰ ਰਹੇ ਨੇ, ਬਠਿੰਡਾ ਦਾ ਜ਼ਿਕਰ ਹੋਏ ਜਿੱਥੋਂ ਸੂਰਜ ਪਾਨ ਜਾਣਕਾਰੀ ਦੇ ਰਹੇ ਨੇ, ਮੁਕਤਸਰ ਦਾ ਜ਼ਿਕਰ ਹੋਏ ਜਿੱਥੋਂ ਅਸ਼ਫਾਕ ਡੁੱਡੀ ਜਾਣਕਾਰੀ ਦੇ ਰਹੇ ਨੇ, ਅੰਮ੍ਰਿਤਸਰ ਦੇ ਵਿੱਚ ਰਾਜੀਵ ਸ਼ਰਮਾ ਤਸਵੀਰਾਂ ਲਗਾਤਾਰ ਸਾਨੂੰ ਭੇਜ ਰਹੇ ਨੇ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕੋਟਕਪੂਰਾ ਤੋਂ ਜਿੱਥੇ ਕਿ ਐਨਆਈਏ ਦੀ ਰੇਡ ਚੱਲ ਰਹੀ ਹੈ। ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਅੱਜ ਦੇਸ਼ ਭਰ ਵਿੱਚ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਗੱਲ ਕਰੀਏ ਤਾਂ ਫਰੀਦਕੋਟ ਦੇ ਕੋਟਕਪੂਰਾ ਵਿੱਚ 3 ਜਗ੍ਹਾ ਤੇ ਜਿਹੜੀ ਅੱਜ ਐਨਆਈਏ ਦੀ ਟੀਮ ਵੱਲੋਂ ਵੱਖ-ਵੱਖ ਜਗ੍ਹਾ ਤੇ ਰੇਡ ਕੀਤੀ ਗਈ ਸੀ। ਔਰ ਤਿੰਨ ਜਗ੍ਹਾ ਦੀ ਗੱਲ ਕਰੀਏ ਤਾਂ ਇੱਕ ਮਕੈਨੀਕਲ ਫੈਕਟਰੀ, ਜਿਹੜੀ ਮਕੈਨੀਕਲ ਪਾਰਟਸ ਬਣਾਉਣ ਵਾਲੀ ਫੈਕਟਰੀ, ਉੱਤੇ ਕਰੀਬ 3.5 ਘੰਟੇ ਐਨਆਈਏ ਦੀ ਟੀਮ ਵੱਲੋਂ ਸਰਚ ਕੀਤੀ ਗਈ ਸੀ। ਤਾਂ ਉਸ ਤੋਂ ਬਾਅਦ ਇੱਕ ਭੋਲਾ ਸ਼ੂਟਰ ਨਾਮਕ ਜਿਸ ਦੀ ਕਿ ਜੇਲ੍ਹ ਵਿੱਚ ਕੁਝ ਦਿਨ ਪਹਿਲਾਂ ਮੌਤ ਹੋ ਚੁੱਕੀ ਸੀ, ਉਸ ਦੇ ਘਰ ਵੀ ਰੇਡ ਕੀਤੀ ਗਈ ਸੀ। ਔਰ ਉਸ ਤੋਂ ਬਾਅਦ ਇੱਕ ਵਿਨੇ ਦਿਓੜਾ ਨਾਮਕ ਗੈਂਗਸਟਰ, ਜਿਸ ਦਾ ਕਿ ਗੈਂਗਸਟਰ ਕਾਫੀ ਜੁੜ ਕੇ ਸਾਹਮਣੇ ਆਇਆ ਸੀ, ਉਸ ਦੇ ਘਰ ਵੀ ਐਨਆਈਏ ਦੀ ਟੀਮ ਵੱਲੋਂ ਅੱਜ ਰੇਡ ਕੀਤੀ ਹੈ। ਉਹ ਕਰੀਬ 5 ਘੰਟੇ ਤੋਂ ਇਸ ਘਰ ਵਿੱਚ ਸਰਚ ਚੱਲ ਰਹੀ ਹੈ। ਔਰ ਦੱਸ ਦਈਏ ਕਿ ਵਿਨੇ ਦਿਓੜਾ ਦੇ ਭਰਾ ਦੀ ਹੱਤਿਆ ਕੁਝ ਸਾਲ ਪਹਿਲਾਂ ਇੱਥੇ ਕੋਟਕਪੂਰਾ ਵਿੱਚ ਹੀ ਕੁਝ ਗੈਂਗਸਟਰਾਂ ਵੱਲੋਂ ਕਰ ਦਿੱਤੀ ਗਈ ਸੀ। ਤਾਂ ਉਸ ਤੋਂ ਬਾਅਦ ਵਿਨੇ ਦਿਓੜਾ ਵੱਲੋਂ ਉਸ ਦਾ ਬਦਲਾ ਲੈਣ ਦੀ ਵੀ ਗੱਲ ਕੀਤੀ ਗਈ ਸੀ। ਔਰ ਉਸ ਤੋਂ ਬਾਅਦ ਵਿਨੇ ਦਿਓੜਾ, ਹਾਲਾਂਕਿ ਉਸ ਦੇ ਖਿਲਾਫ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ, ਜੋ ਕਿ ਜੇਲ੍ਹ ਤੋਂ ਜ਼ਮਾਨਤ ਤੇ ਜ਼ਰੂਰ ਬਾਹਰ ਹੈ, ਪਰ ਆਪਣੇ ਘਰ ਤੋਂ ਹਾਲੇ ਵੀ ਉਹ ਫਰਾਰ ਦੱਸਿਆ ਜਾ ਰਿਹਾ। ਤਾਂ ਉਸ ਦੇ ਘਰ ਲਗਾਤਾਰ 5 ਘੰਟੇ ਤੋਂ ਜਿਹੜੀ ਸਰਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੁਝ ਦੇਰ ਪਹਿਲਾਂ ਇੱਕ ਤਾਲਾ ਖੋਲ੍ਹਣ ਵਾਲੇ ਵਿਅਕਤੀ ਨੂੰ ਵੀ ਲਿਆਂਦਾ ਗਿਆ ਸੀ। ਮੰਨਿਆ ਜਾ ਸਕਦਾ ਕਿ ਕੋਈ ਅੰਦਰ ਕੋਈ ਖਾਸ ਲੋਕਰ ਜਾਂ ਕੋਈ ਖਾਸ ਅਜਿਹੀ ਅਲਮਾਰੀ ਹੈ ਜਿਸ ਦੇ ਅੰਦਰ ਕੋਈ ਤਾਲੇ ਨੂੰ ਜਿਹੜਾ ਤੋੜ ਕੇ ਉਸਦੀ ਸਰਚ ਕੀਤੀ ਜਾਣੀ ਹੈ। ਔਰ 5 ਘੰਟੇ ਤੋਂ ਲਗਾਤਾਰ ਐਨਆਈਏ ਟੀਮ ਵੱਲੋਂ ਇਸ ਜਗ੍ਹਾ ਤੇ ਸਰਚ ਕੀਤੇ ਜਾਣਾ ਕਿਤੇ ਵੱਡੀ ਗੱਲ ਹੈ ਕਿ ਕੋਈ ਨਾ ਕੋਈ ਹੋ ਸਕਦਾ ਕਿ ਉਹਨਾਂ ਦੇ ਹੱਥ ਕੋਈ ਜੇ ਤੱਥ ਆਏ ਹੋਣ ਜਿਸ ਦੇ ਨਾਲ ਉਹਨਾਂ ਦਾ ਜਿਹੜਾ ਗੈਂਗਸਟਰ ਕਨੈਕਸ਼ਨ ਹੋਵੇ। ਔਰ ਦੱਸ ਦਈਏ ਕਿ ਮੁਹਾਲੀ ਵਿੱਚ ਜਿਹੜਾ ਇੰਟੈਲੀਜੈਂਸ ਜਿਹੜੇ ਦਫ਼ਤਰ ਦੇ ਉੱਤੇ ਜਿਹੜਾ ਰਾਕਟ ਦਾ ਹਮਲਾ ਹੋਇਆ ਸੀ, ਉਸ ਦੀ ਜਾਂਚ ਵੀ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ।